मॉर्निंग स्टूडेंट्स जी अपना चैप्टर सिविक्स का चल रहा है सैकेंड द सेंट्रल गवर्नमेंट उस ਆਪਾਂ पिछलियां वीडियोज़ के दौरान राज्य सभा लोक सभा प्रेजिडेंट प्राइम मिनिस्टर काउंसल ऑफ मिनिस्टर के बारे पढ़ चुके हैं तो अज आप गल करांगे वाइस प्रेजिडेंट के बारे कहते डू यू थिंक दैट द इंडियन प्रेजिडेंट इज़ नॉमीनल हैड ऑफ द यूनीयन एग्जीक्यूटिव का कहते नॉमीनल हैड है एक नाम मात्र का मुखी होंगे प्रेजिडेंट ये गल सही है तो द प्रेजिडेंट इन वेरीअस फील्ड इट सीम्स दैट ही इज़ अ वैरी पावरफुल एग्जीक्यूटिव हैड वो इंपॉर्टेंट एग्जीक्यूटिव हैड होंगे एक कहते So he has important legislative, financial, judicial parts. He can declare emergency. कदे कदे वो emergency भी declare करता है जदों किते serious condition हो जाती है ज़्यादा condition है जी worse हो जाती है तो आप उहदियां emergency parts भी पढ़ियां है कि emergency ला सकता है. He can dissolve the लोक सभा ਨੂੰ ਵੀ ਉਹ ਡਿਸੋਲਵ ਕਰ ਸਕਦਾ ਹੈ ਭੰਗ ਕਰ ਸਕਦਾ ਹੈ ਬਟ ਇਨ ਐਕਚੁਅਲ ਪ੍ਰੈਕਟਿਸ ਦੇ ਵਿੱਚ ਕੀ ਹੈ ਹੀ ਇਜ਼ ਦਾ ਨੋਮੀਨਲ ਹੈਡ ਆਫ ਦਾ ਸਟੇਟ ਹੀ ਡਜ਼ ਨਾਟ ਐਕਸਰਸਾਈਜ਼ ਥੀਸ ਪਾਵਰਸ ਹਿਮਸੈਲਫ ਬਟ ਔਨ ਦਾ ਐਡਵਾਈਸ ਆਫ ਦਾ ਕਾਊਂਸਲ ਆਫ ਮਿਨਿਸਟਰ ਉਹ ਇਹ ਸਾਰੀਆਂ ਪਾਵਰ ਜਿੰਨੀਆਂ ਉਹਨੂੰ ਦਿੱਤੀਆਂ ਜਾਂਦੀਆਂ ਉਹ ਖੁਦ ਨਹੀਂ ਇਹਨਾਂ ਨੂੰ ਲਾਗੂ ਕਰ ਸਕਦਾ ਉਹ ਇਹਨਾਂ ਨੂੰ ਕਾਊਂਸਲ ਆਫ ਮਿਨਿਸਟਰ ਦੀ ਐਡਵਾਈਸ ਦੇ ਨਾਲ ਹੀ जो लागू कर सकता है ही डिक्लेयर एमरजेंसी ओनली ऑन द एडवाइस ऑफ काउंसिल ऑफ मिनिस्टर एंड यूजेस दीज पावर्स विद इट्स एड एमरजेंसी ਨੂੰ ਈਵਨ ਕਿ ਉਹਨੇ ਜਦੋਂ ਡਿਕਲੇਅਰ ਕਰਨਾ ਹੈ ਤਾਂ ਉਹ ਕਾਊਂਸਲ ਆਫ ਮਿਨਿਸਟਰ ਦੀ ਐਡਵਾਈਸ ਦੇ ਨਾਲ ਉਹਨਾਂ ਦੀ ਹੈਲਪ ਦੇ ਨਾਲ ਹੀ ਇਹਨਾਂ ਨੂੰ ਜਿਹੜਾ ਹੈਗਾ ਹੈ जो यूज़ है वो कर सकता है ही कैन नैवर बिकम अ डिक्टेटर हिज पावर क्लोजली रिसैंबल द पावर्स ऑफ क्वीन ऑफ ब्रिटेन वो कदे डिक्टेटर नहीं बन सकता क्योंकि उन्होंने हमेशा ही सलाह लैनी पैंदी है मिनिस्टर्स के कोलों ही कैन एडवाइज इनकरेज एंड वार्म हिज मिनिस्टर्स तो नाल नाल जिहड़ा हैगा भी वो नॉमीनल हैड इसे करके कहा जाता क्योंकि उस कोल आपदियां पावर्स है बट इन्हां दी वरतों प्रॉपरली आपदी मर्जी दे नाल नहीं कर सकता अगे वाइस प्रेजिडेंट के रोल नूं जिहड़ा हैगा डिस्कस करांगे ही इज़ द एक्स ऑफिसो चेयरमैन ऑफ राज्य सभा का एक्स ऑफिसो चेयरमैन हुंदा है वाइस प्रेजिडेंट when he acts as the president of India or discharge his functions he shall not preside over the meeting of Rajya Sabha ਕਹਿੰਦੇ ਉਹ ਚੇਅਰਮੈਨ ਹੁੰਦਾ ਰਾਜ ਸਭਾ ਦਾ ਜਦੋਂ ਉਹ ਇੰਡੀਆ ਦੇ ਪ੍ਰੈਜ਼ੀਡੈਂਟ ਦੇ ਤੌਰ 'ਤੇ ਫੰਕਸ਼ਨਸ ਆ ਜਿਹੜੇ ਉਹ ਡਿਸਚਾਰਜ ਕਰ ਰਿਹਾ ਹੁੰਦਾ ਹੈ ਬਟ ਉਹ ਜੋ ਰਾਜ ਸਭਾ ਦੀਆਂ ਮੀਟਿੰਗਸ ਆ ਉਹਨਾਂ ਨੂੰ ਕਦੇ ਵੀ ਉਹਨਾਂ ਦੀ ਅਗਵਾਈ ਨਹੀਂ ਕਰ ਸਕਦਾ ਹੀ ਕੈਨ officiate as the president for maximum period of 6 months in the case of death resignation removal of the letter etc ਕਹਿੰਦੇ ਕਿ ਜੋ ਵਾਈਸ ਪ੍ਰੈਜ਼ੀਡੈਂਟ ਹੁੰਦਾ ਹੈ ਉਹ ਪ੍ਰੈਜ਼ੀਡੈਂਟ ਦੇ ਤੌਰ 'ਤੇ 6 ਮੰਥ ਤੱਕ ਵੱਧ ਤੋਂ ਵੱਧ 6 ਮੰਥ ਤੱਕ ਜਿਹੜਾ ਹੈਗਾ ਰੂਲ ਕਰ ਸਕਦਾ ਹੈ ਜਦੋਂ ਕਿਸੇ ਦੀ ਡੈਥ ਹੋ ਜਾਂਦੀ ਪ੍ਰੈਜ਼ੀਡੈਂਟ ਦੀ ਜਾਂ ਰੈਜ਼ਿਗਨੇਸ਼ਨ ਦੇ ਦਿੱਤਾ ਜਾਂਦਾ ਹੈ ਠੀਕ ਹੈ ਜਾਂ ਕੋਈ ਹੋਰ ਪ੍ਰੋਬਲਮ ਕ੍ਰੀਏਟ ਹੋ ਜੇ ਤਾਂ ਠੀਕ ਹੈ ਉਸ ਤੋਂ ਅੱਗੇ ਗੱਲ ਕਰਦੇ ਹਾਂ ਪਾਵਰਸ ਆਫ ਪ੍ਰੈਜ਼ੀਡੈਂਟ ਦੀਆਂ ਪਾਵਰਸ ਕੀ ਹੈ ਸਭ ਤੋਂ ਪਹਿਲਾਂ ਐਗਜ਼ੀਕਿਊਟਿਵ ਪਾਵਰ ਆਲ ਲਾਅ ਆਰ ਇਨਫੋਰਸਡ ਇਨ ਦ ਨੇਮ ਆਫ ਪ੍ਰੈਜ਼ੀਡੈਂਟ ਦੇ ਨੇਮ 'ਤੇ ਸਾਰੇ ਲਾਅ ਬਣਾਏ ਜਾਂਦੇ ਆ ਹੀ ਅਪਾਇੰਟ ਪ੍ਰਾਈਮ ਮਿਨਿਸਟਰ ਐਂਡ ਅਦਰ ਮਿਨਿਸਟਰਸ ਔਨ ਦ ਬੇਸਿਸ ਆਫ ਰਿਕਮੈਂਡੇਸ਼ਨਸ ਆਫ ਦ ਪ੍ਰਾਈਮ ਮਿਨਿਸਟਰ ਦੀ ਜੋ ਰਿਕਮੈਂਡੇਸ਼ਨ ਆ ਉਹਦੇ ਤੌਰ 'ਤੇ ਮਿਨਿਸਟਰਸ ਨੂੰ ਵੀ ਅਪਾਇੰਟ ਕਰਦਾ ਹੈ ਹੀ ਕੈਨ ਮੇਕ ਡਿਕਲੇਰੇਸ਼ਨ ਆਫ ਵਾਰ ਐਂਡ ਪੀਸ ਜਦੋਂ ਲੜਾਈ ਹੋਣੀ ਹੈ ਜਦੋਂ ਸ਼ਾਂਤੀ ਹੋਣੀ ਹੈ ਉਹਦੀ ਡਿਕਲੇਰੇਸ਼ਨ ਵੀ ਜਿਹੜਾ ਹੈਗਾ ਉਸਨੇ ਕਰਨੀ ਹੁੰਦੀ ਹੈ ਇਟ ਇਜ਼ ਹੀ ਹੂ ਅਪੋਇੰਟਸ ਐਂਬਾਸਡਰਸ ਕੀ ਹੁੰਦੇ ਆ ਐਂਬਾਸਡਰ ਹੁੰਦੇ ਆ ਦੂਤ ਜਿਹੜੇ ਕਿ ਆਪਣੇ ਦੇਸ਼ ਤੋਂ ਬਾਹਰਲੇ ਦੇਸ਼ਾਂ ਵਿੱਚ ਜਾਂਦੇ ਆ ਵਿੱਤ ਸੰਬੰਧੀ ਕੰਮ ਕਰਨ ਵਾਸਤੇ ਅਤੇ ਬਾਹਰਲੇ ਦੇਸ਼ 'ਚੋਂ ਆਪਣੇ ਦੇਸ਼ ਵਿੱਚ ਆਉਂਦੇ ਆ ਤਾਂ ਉਹਨਾਂ ਨੂੰ ਅਪੋਇੰਟ ਕਰਨਾ ਅਤੇ ਬਾਹਰਲੇ ਦੇਸ਼ਾਂ ਵਿੱਚੋਂ ਆਏ ਹੋਏ ਦੂਤਾਂ ਦੀ ਦੇਖਭਾਲ ਕਰਨੀ ਇਹ ਸਾਰਾ ਕੰਮ ਪ੍ਰੈਜ਼ੀਡੈਂਟ ਦਾ ਹੁੰਦਾ ਹੈ ਨੈਕਸਟ ਆ ਗਿਆ ਲੈਜਿਸਲੇਟਿਵ ਪਾਵਰਸ ਦੇ ਵਿੱਚ ਕੀ ਹੈ ਕਿ ਕੋਈ ਵੀ ਬਿੱਲ ਹੈ ਕੈਨ ਨਾਟ ਅਪਰੂਵ ਵਿਦਾਊਟ ਹਿਜ਼ ਕੰਸੈਂਟ ਜੋ ਪ੍ਰੈਜ਼ੀਡੈਂਟ ਦੀ ਜੋ ਸਹਿਮਤੀ ਤੋਂ ਬਿਨਾਂ ਕੋਈ ਵੀ ਬਿੱਲ ਹੈ ਜਿਹੜਾ ਉਹ ਪਾਸ ਨਹੀਂ ਹੁੰਦਾ ਹੀ ਕੈਨ ਡਿਸੋਲਵ ਲੋਕ ਸਭਾ
ਬਿਫੋਰ ਇਟਸ ਫਿਕਸ ਟਰਮ, ਇਹਦੀ ਫਿਕਸ ਟਰਮ ਤੋਂ ਪਹਿਲਾਂ ਲੋਕ ਸਭਾ ਨੂੰ ਭੰਗ ਕਰ ਸਕਦਾ ਹੈ ਉਹ। ਨੋਮੀਨੇਟ 12 ਮੈਂਬਰ ਰਾਜ ਸਭਾ ਐਂਡ 2 ਮੈਂਬਰ ਲੋਕ ਸਭਾ। ਪਹਿਲਾਂ ਆਪਾਂ ਪੜ੍ਹ ਚੁੱਕੇ ਹਾਂ ਕਿ ਲੋਕ ਸਭਾ ਦੇ ਵਿੱਚ 2 ਮੈਂਬਰ ਅਤੇ ਰਾਜ ਸਭਾ ਦੇ ਵਿੱਚ 12 ਮੈਂਬਰ ਹੈ ਜਿਹੜੇ ਉਹ ਪ੍ਰੈਜ਼ੀਡੈਂਟ ਦੁਆਰਾ ਨੋਮੀਨੇਟ ਕੀਤੇ ਜਾਂਦੇ ਆ। ਨੈਕਸਟ ਆ ਗਿਆ ਫਾਈਨੈਂਸ਼ੀਅਲ ਪਾਵਰਸ। ਫਾਈਨੈਂਸ਼ੀਅਲ ਪਾਵਰਸ, ਨੋ ਮਨੀ ਬਿੱਲ ਕੈਨ ਬੀ ਇੰਟਰੋਡਿਊਸਡ ਇਨ ਦ ਲੋਕ ਸਭਾ ਵਿਦਾਊਟ ਦਾ ਪ੍ਰਾਇਰ ਅਪਰੂਵਲ ਆਫ ਦਾ ਪ੍ਰੈਜ਼ੀਡੈਂਟ। ਜੋ ਮਨੀ ਬਿੱਲ ਆ ਉਹ ਇਹਦੀ ਜਿਹੜੀ ਹੈਗੀ ਅਪਰੂਵਲ ਤੋਂ ਬਿਨਾਂ ਨਹੀਂ ਹੋ ਸਕਦਾ ਕਦੇ ਵੀ ਪ੍ਰੈਜ਼ੀਡੈਂਟ ਇੰਟਰੋਡਿਊਸ। ਅੱਗੇ ਆ ਗਿਆ ਜੁਡੀਸ਼ੀਅਲ ਪਾਵਰਸ। ਜੁਡੀਸ਼ੀਅਲ ਪਾਵਰਸ ਨਿਆਇਕ ਸੰਬੰਧੀ ਦਾ ਪ੍ਰੈਜ਼ੀਡੈਂਟ ਕੈਨ ਰਿਮੂਵ ਦਾ ਜੱਜ ਆਫ ਦਾ ਹਾਈ ਕੋਰਟ ਐਂਡ ਦਾ ਸੁਪਰੀਮ ਕੋਰਟ। ਜੋ ਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ ਜੱਜ ਆ ਉਹਨਾਂ ਨੂੰ 2/3 ਮੈਂਬਰਸ ਦੀ ਮੈਜੋਰਟੀ ਦੇ ਨਾਲ ਉਹਨਾਂ ਦੀ ਪੋਜੀਸ਼ਨ ਤੋਂ ਰਿਮੂਵ ਵੀ ਕਰ ਸਕਦਾ ਹੈ। ਹੀ ਕੈਨ ਪਾਰਡਨ ਔਰ ਰਿਪਰਾਈਵ ਦਾ ਪਨਿਸ਼ਮੈਂਟ, ਕਿਸੇ ਵੀ ਜੋ ਦੋਸ਼ੀ ਹੈ ਉਸ ਦੀ ਪਨਿਸ਼ਮੈਂਟ ਨੂੰ ਮਾਫ ਕਰ ਸਕਦਾ ਹੈ ਜਾਂ ਫਿਰ ਪੋਸਟਪੋਨ ਕਰ ਸਕਦਾ ਹੈ। ਅੱਗੇ ਐਮਰਜੈਂਸੀ ਪਾਵਰ। ਐਮਰਜੈਂਸੀ ਪਾਵਰ ਜਿਹੜੀਆਂ ਹੈਗੀਆਂ ਕਿ ਆਪਾਤਕਾਲੀਨ ਸ਼ਕਤੀਆਂ ਕਿਹੜੀਆਂ ਇਹ ਪ੍ਰੈਜ਼ੀਡੈਂਟ ਦੀਆਂ। ਪ੍ਰੈਜ਼ੀਡੈਂਟ ਕੈਨ ਪ੍ਰੋਕਲੇਮ ਐਮਰਜੈਂਸੀ ਅੰਡਰ ਸਰਟਨ ਸਰਕਮਸਟਾਂਸ। ਕੋਈ ਖਾਸ ਹਾਲਾਤ ਆ ਰਹੇ ਆ, ਕੋਈ ਪ੍ਰੋਬਲਮ ਕ੍ਰੀਏਟ ਹੋ ਰਹੀ ਆ ਵੱਡੀ, ਤਾਂ ਉਦੋਂ ਐਮਰਜੈਂਸੀ ਲਗਾਈ ਜਾ ਸਕਦੀ ਆ। ਵਾਰ, ਐਕਸਟਰਨਲ ਐਗਰੈਸ਼ਨ ਹੋ ਗਿਆ, ਜਿਹੜਾ ਬਾਹਰੋਂ ਹੀ ਕੋਈ ਹਮਲੇ ਦੀ ਜਿਹੜੀ ਹੈਗੀ ਸਾਨੂੰ ਹੈਗੀ ਆ ਵੀ ਝਾਕ। ਆਰਮਡ ਰਿਬੈਲਨ, ਜੋ ਹਥਿਆਰਬੰਦ ਵਿਦਰੋਹ ਹੋਣ ਦੀ ਕੋਈ ਸ਼ੰਕਾ ਹੈਗੀ ਆ ਤਾਂ ਇਸ ਤਰੀਕੇ ਦੇ ਨਾਲ ਬ੍ਰੇਕ ਡਾਊਨ ਆਫ ਕੌਂਸਟੀਟਿਊਸ਼ਨਲ ਮਸ਼ੀਨਰੀ, ਸੰਵਿਧਾਨਿਕ ਮਸ਼ੀਨਰੀ ਦਾ ਟੁੱਟ ਜਾਣਾ। ਜਾਂ ਫਾਈਨੈਂਸ਼ੀਅਲ ਕ੍ਰਾਈਸਿਸ ਹੈਗੀ ਆ, ਕੋਈ ਵਿੱਤੀ ਸੰਬੰਧ ਦੇ ਤੌਰ 'ਤੇ ਕੋਈ ਸੰਕਟ ਪੈਦਾ ਹੋ ਰਿਹਾ ਤਾਂ ਉਸ ਟਾਈਮ ਦੇ ਵਿੱਚ ਐਮਰਜੈਂਸੀ ਇਹ ਘੋਸ਼ਿਤ ਕਰ ਸਕਦਾ ਹੈ। ਨੈਕਸਟ ਗੱਲ ਕਰਦੇ ਹਾਂ ਕਿ ਮਨੀ ਬਿੱਲ ਕੀ ਹੁੰਦਾ ਅਤੇ ਔਰਡਨਰੀ ਬਿੱਲ ਕੀ ਹੁੰਦਾ। ਮਨੀ ਬਿੱਲ ਇਜ਼ ਰਿਲੇਟ ਟੂ ਦਾ ਇੰਪੋਜ਼ਿੰਗ, ਰਿਡਿਊਸਿੰਗ, ਰਿਪੇਲਿੰਗ ਆਫ ਟੈਕਸਸ, ਬੋਰੋਇੰਗ ਆਫ ਮਨੀ ਔਰ ਅਥੋਰਾਈਜ਼ਿੰਗ ਐਕਸਪੈਂਡੀਚਰ ਬਾਈ ਦਾ ਗਵਰਨਮੈਂਟ ਇਜ਼ ਕਾਲਡ ਮਨੀ ਬਿੱਲ। ਮਨੀ ਬਿੱਲ ਦੇ ਵਿੱਚ ਟੈਕਸ ਲਗਾਉਣਾ, ਟੈਕਸ ਨੂੰ ਘੱਟ ਕਰਨਾ, ਟੈਕਸ ਦੇ ਵਾਸਤੇ ਅਪੀਲ ਕਰਨੀ ਜਾਂ ਮਨੀ ਨੂੰ ਉਧਾਰ ਲੈਣਾ, ਜਾਂ ਜੋ ਸਰਕਾਰ ਦੇ ਖਰਚੇ ਆ ਉਹਨਾਂ ਦਾ ਲੇਖਾ ਜੋਖਾ, ਉਹ ਸਾਰਾ ਮਨੀ ਬਿੱਲ ਦੇ ਵਿੱਚ ਆਉਂਦਾ ਹੈ। ਮਨੀ ਬਿੱਲ ਕੈਨ ਬੀ ਇੰਟਰੋਡਿਊਸ ਓਨਲੀ ਇਨ ਲੋਕ ਸਭਾ। ਸਿਰਫ ਲੋਕ ਸਭਾ ਦੇ ਵਿੱਚ ਮਿਨਿਸਟਰ ਦੇ ਦੁਆਰਾ ਇੰਟਰੋਡਿਊਸ ਕੀਤਾ ਜਾ ਸਕਦਾ ਹੈ। ਔਰਡਨਰੀ ਬਿੱਲ ਕੀ ਹੁੰਦੇ ਆ? ਆਲ ਦਾ ਬਿੱਲਸ ਅਦਰ ਦੈਨ ਮਨੀ ਬਿੱਲ। ਮਨੀ ਬਿੱਲ ਤੋਂ ਬਿਨਾਂ ਬਾਕੀ ਸਾਰੇ ਜਿਹੜੇ ਬਿੱਲ ਹੁੰਦੇ ਆ ਉਹਨਾਂ ਨੂੰ ਅਸੀਂ ਔਰਡਨਰੀ ਬਿੱਲ ਕਹਿ ਦਿੰਦੇ ਹਾਂ। ਦੇ ਆਰ ਆਫ 2 ਟਾਈਪ, ਇੱਕ ਪਬਲਿਕ ਬਿੱਲ ਹੁੰਦੇ ਆ ਅਤੇ ਇੱਕ ਪ੍ਰਾਈਵੇਟ ਬਿੱਲ ਹੁੰਦੇ ਆ। ਪਬਲਿਕ ਬਿੱਲ ਕਿਹੜੇ ਹੁੰਦੇ ਆ? ਇਜ਼ ਆਫ ਯੂਨੀਵਰਸਲ ਨੇਚਰ ਐਂਡ ਅਫੈਕਟ ਆਲ ਦਾ ਰੈਜ਼ੀਡੈਂਟਸ ਆਫ ਦਾ ਸਟੇਟ। ਜੋ ਸਟੇਟ ਦੇ ਸਾਰੇ ਰੈਜ਼ੀਡੈਂਟਸ ਦੇ ਨਾਲ, ਸਾਰੇ ਵਸਨੀਕਾਂ ਦੇ ਨਾਲ ਸੰਬੰਧਿਤ ਹੁੰਦੇ ਆ ਉਹਨਾਂ ਨੂੰ ਅਸੀਂ ਪਬਲਿਕ ਬਿੱਲ ਕਹਿ ਦਿੰਦੇ ਹਾਂ। ਪ੍ਰਾਈਵੇਟ ਬਿੱਲ ਰਿਲੇਟ ਟੂ ਅ ਪਰਟੀਕੂਲਰ ਸੈਕਸ਼ਨ ਆਫ ਅ ਸੁਸਾਇਟੀ ਔਰ ਸਮ ਪ੍ਰਾਈਵੇਟ ਕੰਪਨੀ। ਪ੍ਰਾਈਵੇਟ ਬਿੱਲ ਆ ਜਿਹੜੇ ਜਾਂ ਤਾਂ ਸੁਸਾਇਟੀ ਦੇ ਕਿਸੇ ਖਾਸ ਸੈਕਸ਼ਨ ਦੇ ਨਾਲ ਸੰਬੰਧਿਤ ਹੁੰਦੇ ਆ ਜਾਂ ਫਿਰ ਪ੍ਰਾਈਵੇਟ ਕੰਪਨੀਆਂ ਦੇ ਨਾਲ ਸੰਬੰਧਿਤ ਹੁੰਦੇ ਆ, ਉਹਨਾਂ ਨੂੰ ਅਸੀਂ ਜਿਹੜੇ ਹੈਗੇ ਆ ਪ੍ਰਾਈਵੇਟ ਬਿੱਲ ਕਹਿ ਦਿੰਦੇ ਹਾਂ। ਨੈਕਸਟ ਗੱਲ ਕਰਾਂਗੇ ਜੁਡੀਸ਼ਰੀ ਇਨ ਇੰਡੀਆ, ਨਿਆਇਕ ਜੋ ਨਿਰੀਖਣ ਹੈ। ਇੰਡੀਆ ਹੈਜ਼ ਅ ਸਿੰਗਲ ਯੂਨੀਫਾਈਡ ਜੁਡੀਸ਼ਰੀ ਸਿਸਟਮ ਹੈ। ਸੁਪਰੀਮ ਕੋਰਟ ਹੈ ਜਿਹੜਾ ਹਾਈਐਸਟ ਕੋਰਟ ਮੰਨਿਆ ਜਾਂਦਾ ਹੈ। ਉਸ ਤੋਂ ਬਾਅਦ ਦੂਸਰੇ ਨੰਬਰ 'ਤੇ ਆਉਂਦਾ ਹੈ ਹਾਈ ਕੋਰਟ, ਤੀਸਰੇ ਨੰਬਰ 'ਤੇ ਆ ਜਾਂਦਾ ਆਪਣੇ ਕੋਲ ਡਿਸਟ੍ਰਿਕਟ ਕੋਰਟ, ਠੀਕ ਹੈ, ਜੋ ਆਪਣੇ ਜ਼ਿਲ੍ਹਿਆਂ ਵਗੈਰਾ ਦੇ ਵਿੱਚ ਹੁੰਦੇ ਆ। ਸੋ ਆਲ ਦੀਜ਼ ਕੋਰਟਸ ਅਪਲਾਈ ਸੇਮ ਲਾਅ ਕੋਡ। ਸਾਰੇ ਜਿਹੜੇ ਹੈਗੇ ਆ ਕੋਰਟ ਆ ਇਹਨਾਂ ਦੇ ਵਿੱਚ ਸੇਮ ਹੀ ਕਾਨੂੰਨ ਦਾ ਕੋਡ ਹੈ ਜਿਹੜਾ ਉਹ ਅਪਲਾਈ ਕੀਤਾ ਜਾਂਦਾ ਹੈ, ਠੀਕ ਹੈ। ਦਾ ਅਪੀਲ ਕੈਨ ਬੀ ਬਰੋਕਨ, ਦਾ ਅਪੀਲ ਕੈਨ ਬੀ ਟੇਕਨ ਟੂ ਹਾਈ ਕੋਰਟ ਅਗੇਂਸਟ ਦਾ ਡਿਸੀਜ਼ਨ ਆਫ ਡਿਸਟ੍ਰਿਕਟ ਕੋਰਟ। ਜੇਕਰ ਜੋ ਡਿਸਟ੍ਰਿਕਟ ਕੋਰਟ ਦੇ ਅਗੇਂਸਟ ਕੋਈ ਅਪੀਲ ਕਰਨੀ ਹੈ ਤਾਂ ਉਹ ਹਾਈ ਕੋਰਟ ਵਿੱਚ ਹੁੰਦੀ ਆ, ਅਤੇ ਜੇ ਹਾਈ ਕੋਰਟ ਦੇ ਅਗੇਂਸਟ ਅਪੀਲ ਕਰਨੀ ਹੈ ਤਾਂ ਉਹ ਕਿੱਥੇ ਹੋਊਗੀ? ਸੁਪਰੀਮ ਕੋਰਟ ਦੇ ਵਿੱਚ ਹੋਊਗੀ, ਕਿਉਂਕਿ ਉਹ ਹਾਈਐਸਟ ਕੋਰਟ ਹੈ ਜਸਟਿਸ ਦਾ, ਠੀਕ ਹੈ। ਤਾਂ ਇਹ ਜਿਹੜਾ ਹੈਗਾ ਹੈ ਆਪਣਾ ਜੁਡੀਸ਼ਰੀ ਇਨ ਇੰਡੀਆ, ਇੰਡੀਆ ਦੇ ਵਿੱਚ ਜੋ ਨਿਆਂ ਪ੍ਰਬੰਧ ਹੈ ਉਸ ਦੀ ਸਿਸਟਮ ਸ਼ਡਿਊਲ।